श्री हर कृष्ण ध्याईਐ जिस डिठै सब दुख जाय। तेग बहादुर सिमरिਐ करन निंद आवै ताय। सब थाई होए सहाय। पतित पावन भगत वत्सल करुणा निधान अंतरजामी सतगुरु ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠ ਕਰਕੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਵਤਾਰ ਗੁਰਪੁਰਬਾਂ ਨੂੰ ਸਮਰਪਿਤ ਇਹ ਸਮਾਗਮਾਂ ਦੀਆਂ ਹਾਜ਼ਰੀਆਂ ਭਰ ਰਹੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਨਮਸਕਾਰ ਕਰਦਿਆਂ ਹੋਇਆਂ ਫਤਿਹ ਬੁਲਾਈਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਜਦੋਂ ਸਿੱਧਾ ਨੇ ਪੁੱਛਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਵਣ ਗੁਰੂ ਕਿਸ ਕਾ ਤੂੰ ਚੇਲਾ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ, ਸੰਸਾਰ ਦਾ ਭਲਾ ਕੀਤਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹ ਹੀ ਜੋਤ ਫਿਰ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਰੂਪ ਦੇ ਵਿੱਚ ਦਰਸ਼ਨ ਹੋਏ। ਤੇ ਸਾਧ ਸੰਗਤ ਜੀ ਉਹ ਹੀ ਜੋਤ ਗੁਰੂ ਨਾਨਕ ਸਾਹਿਬ ਜੀ ਵਾਲੀ ਜੋਤ ਉਹ ਜੁਗਤ ਸਾਏ ਸਹਿ ਕਾਇਆ ਪੇਲ ਪਰਟਿਆ ਦੇ ਮਹਾਵਾਕਾਂ ਅਨੁਸਾਰ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਇਤਿਹਾਸਕਾਰਾਂ ਦੇ ਵਿੱਚ ਥੋੜ੍ਹਾ ਜਿਹਾ ਮਤਭੇਦ ਹੈ ਇਸ ਗੱਲ ਨੂੰ ਲੈ ਕਰਕੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਅਵਤਾਰ ਗੁਰਪੁਰਬ ਦੀਆਂ ਡੇਟਾਂ ਨੂੰ ਲੈ ਕਰਕੇ, ਪਰ ਕੁਝ ਪੁਰਾਤਨ ਇਤਿਹਾਸ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਦਾ ਵੀ ਉਹੋ ਹੀ ਸਾਲ ਹੈ ਤੇ ਗੁਰੂ ਅਮਰਦਾਸ ਜੀ ਦਾ ਵੀ ਉਹੋ ਹੀ ਹੈ 1469। ਤੇ ਸਤਿਗੁਰੂ ਜੀ 22 ਸਾਲ ਗੁਰਤਾ ਗੱਦੀ ਕਰਕੇ 1574 ਦੇ ਵਿੱਚ ਜੋਤੀ ਜੋਤ ਸਮਾਏ ਆ। ਤਕਰੀਬਨ 105 ਸਾਲ ਦੀ ਆਯੂ ਸਰੀਰ ਦੀ ਬਣਦੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਸਤਿਗੁਰੂ ਦੀ 5 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਦੱਸ ਰਿਹਾ ਹੈ ਕਿ ਭਾਈ ਇੱਥੇ ਜੋਤ ਦੀ ਗੱਲ ਹੈ, ਇੱਥੇ ਸਰੀਰ ਦੀ ਆਯੂ ਦੀ ਕੋਈ ਗੱਲ ਨਹੀਂ, ਇੱਥੇ ਤਾਂ ਧੁਰ ਦੀ ਬਖਸ਼ਿਸ਼ ਹੈ, ਉਹਨੇ ਵਰਤਣਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਅਵਤਾਰ 10 ਸਾਵਣ ਤੇ 1656 ਦੇ ਵਿੱਚ ਸਾਧ ਸੰਗਤ ਜੀ ਗੁਰਦੁਆਰਾ ਸੀਸ ਮਹਿਲ ਸਾਹਿਬ ਜਿਨ੍ਹਾਂ ਦੇ ਆਪਾਂ ਅੱਜ ਦਰਸ਼ਨ ਕਰਦੇ ਹਾਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਧੰਨ ਧੰਨ ਗੁਰਦੇਵ ਪਿਤਾ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕਰਨਾ ਕੀਤਾ ਹੈ। ਇਤਿਹਾਸਕਾਰਾਂ ਨੇ ਲਿਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਜਿਹੜਾ ਕਰਦਾ ਸੀ ਉਸ ਸਮੇਂ ਹੀ ਤੇ ਐਸੇ ਦਰਸ਼ਨ ਸਨ ਜਿਸ ਤਰ੍ਹਾਂ ਸੂਰਜ ਚੜ੍ਹਿਆ ਹੁੰਦਾ ਹੈ, ਪ੍ਰਕਾਸ਼ ਵਾਲੇ ਦਰਸ਼ਨ ਜਿਹੜਾ ਦਰਸ਼ਨ ਕਰਨ ਸੀ ਗਦ ਗਦ ਹੋ ਜਾਂਦਾ ਸੀ। ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਹੋਏ ਸਨ ਉਸ ਸਮੇਂ, ਕਹਿੰਦੇ ਜਿਹੜੇ ਕਾਰਜ ਇਹਨਾਂ ਨੇ ਕਰਨੇ ਹਨ ਹੋਰ ਕੋਈ ਨਹੀਂ ਕਰ ਸਕੇਗਾ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਐਸਾ ਤੇਜ ਪ੍ਰਤਾਪ ਜਨਮ ਸਮੇਂ ਉਹਨਾਂ ਦਾ ਅਵਤਾਰ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਐਸਾ ਤੇਜ ਪ੍ਰਤਾਪ ਹੈ, ਜਿਹੜਾ ਦਰਸ਼ਨ ਕਰਦਾ ਨਿਹਾਲ ਹੋ ਜਾਂਦਾ ਹੈ। ਬਹੁਤ ਖੁਸ਼ੀਆਂ ਮਨਾਈਆਂ ਗਈਆਂ ਸੰਗਤਾਂ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਤਿਹਾਸ ਵਿੱਚ ਲਿਖਿਆ ਹੈ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਥੋੜ੍ਹਾ ਥੋੜ੍ਹਾ ਬੈਠਣਾ ਸ਼ੁਰੂ ਹੋਏ ਤੇ ਜਦੋਂ ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਅਡੋਲ ਚੌਂਕੜੀ ਲਾ ਕਰਕੇ ਬੈਠ ਜਾਂਦੇ ਨੇ। ਸਾਲਕ ਦਾ ਬੱਚਾ ਬੈਠਣਾ ਸ਼ੁਰੂ ਹੁੰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਚੌਂਕੜੀ ਲਾ ਕੇ ਸਮਾਧੀ ਸਥਿਤ ਹੋ ਕਰਕੇ ਇੱਕ ਰਸ ਕੀਰਤਨ ਸੁਣਦੇ ਨੇ, ਕਥਾ ਸੁਣਦੇ ਨੇ ਤੇ ਸਾਰੇ ਸੰਗਤਾਂ ਵੇਖਦੀਆਂ ਨੇ ਕਿ ਕਿਵੇਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਉੱਪਰ ਕਿੰਨੀ ਵੱਡੀ ਬਖਸ਼ਿਸ਼ ਹੈ, ਜਿਹੜਾ ਐਨ ਆਨੰਦ ਦੇ ਵਿੱਚ ਇਹ ਕੀਰਤਨ ਕਥਾ ਸਰਵਣ ਕਰਦੇ ਨੇ। ਥੋੜੇ ਥੋੜੇ ਆਯੂ ਸਰੀਰ ਦੀ ਵੱਡੀ ਹੁੰਦੀ ਹੈ, ਗੱਲਾਂ ਬਾਤਾਂ ਸੁਣਦੇ ਨੇ ਜੋ ਵਾਪਰਦੀਆਂ ਨੇ ਗੁਰੂ ਘਰ ਦੇ ਵਿੱਚ, ਕਿ ਕਿਵੇਂ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਸਿੱਖਾਂ ਉੱਪਰ। ਇੱਕ ਸਾਖੀ ਬੜੀ ਸਿੱਖਾਂ ਦੇ ਰਸਮਾਂ ਦੇ ਉੱਪਰ ਚੜੀ ਹੋਈ ਸੀ ਉਸ ਸਮੇਂ ਤੇ। ਪ੍ਰੇਮ ਵਾਲੀ ਸਾਖੀ, ਕਿਵੇਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਿਵੇਂ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਸਮੇਤ ਸ਼ਿਕਾਰ ਨੂੰ ਗਏ ਹੋਏ ਹਨ। ਉਧਰੋਂ ਇੱਕ ਮਾਤਾ ਜਿਹਨੂੰ ਕੋਈ ਲਗਨ ਕਿਸੇ ਗੁਰੂ ਕੇ ਸਿੱਖ ਨੇ ਲਾਈ ਮਨ ਦੇ ਵਿੱਚ ਕਿ ਇਹ ਮਨੁੱਖਾ ਜਨਮ ਜਿਹੜਾ ਪ੍ਰਾਪਤ ਹੋਇਆ ਹੈ ਇਹਦੀ ਸਫਲਤਾ ਵਾਸਤੇ ਯਤਨ ਕਰਨਾ ਚਾਹੀਦਾ ਹੈ। ਕੋਈ ਅੱਗੇ ਪਿੱਛੇ ਨਹੀਂ ਰਹਿ ਗਿਆ, ਇਕੱਲੀ ਮਾਤਾ ਰਹਿੰਦੀ ਹੈ। ਗੁਰੂ ਕੇ ਸਿੱਖ ਨੂੰ ਪੁੱਛਿਆ ਵੀ ਭਾਈ ਦੱਸੋ ਫਿਰ ਰਸਤੇ ਵੀ ਪਾਓ, ਕਿਵੇਂ ਇਸ ਮਨੁੱਖਾ ਦੇਹ ਦੀ ਸਫਲਤਾ ਹੋ ਸਕਦੀ। ਉਹਨੇ ਫਿਰ ਦੱਸਿਆ ਕਿ ਭਾਈ ਇਸ ਤਰ੍ਹਾਂ ਪ੍ਰੇਮ ਕਰਨਾ ਸਤਿਗੁਰੂ ਨਾਲ। ਕਹਿੰਦੀ ਮੈਂ ਤਾਂ ਬਜ਼ੁਰਗ ਹਾਂ, ਮੈਂ ਤਾਂ ਉੱਥੇ ਪਹੁੰਚ ਨਹੀਂ ਸਕਦੀ। ਤੇ ਉਹਨੇ ਫਿਰ ਦੱਸਿਆ ਕਹਿੰਦੇ ਯਾਦ ਕਰੀਏ ਨਾ ਸਤਿਗੁਰੂ ਜੀ ਨੂੰ, ਫਿਰ ਉਹ ਸਤਿਗੁਰੂ ਜੀ ਆ ਕੇ ਮਿਲ ਪੈਂਦੇ ਆ। ਉਹ ਯਾਦ ਕਰਦੀ ਹੈ, ਸਿਮਰਨ ਭਜਨ ਕਰਦੀ ਹੈ, ਨਾਲ ਨਾਲ ਸਤਿਗੁਰੂ ਜੀ ਨਾਲ ਪ੍ਰੇਮ ਦੀਆਂ ਤੰਦਾਂ ਪਾਉਂਦੀ ਹੈ। ਪ੍ਰੇਮ ਦੇ ਮਨ ਦੇ ਵਿੱਚ ਵਲਵਲੇ ਉੱਠਦੇ ਰਹਿੰਦੇ ਨੇ। ਤਾਂ ਇੱਕ ਦਿਨ ਸਾਧ ਸੰਗਤ ਜੀ ਕੀ ਹੋਇਆ ਕਿ ਉਧਰੋਂ ਸਤਿਗੁਰੂ ਜੀ ਸ਼ਿਕਾਰ ਨੂੰ ਚੜ੍ਹੇ ਹੋਏ ਨੇ, ਇੱਧਰੋਂ ਇਹਨੇ ਪ੍ਰਸ਼ਾਦਾ ਪਾਣੀ ਪਕਾ ਰਹੀ ਹੈ ਜੋ ਵੀ ਘਰ ਦੇ ਵਿੱਚ ਇਹਦੇ ਹੈ ਸੀ। ਪਕਾਉਂਦੀ ਪਕਾਉਂਦੀ ਇੰਨੀ ਮਨ ਦੇ ਵਿੱਚ ਵਲਵਲਾ ਆਇਆ ਕਿ ਸਤਿਗੁਰੂ ਜੀ ਨੂੰ ਮੈਂ ਪ੍ਰਸ਼ਾਦਾ ਛਕਾਵਾਂ। ਸਤਿਗੁਰੂ ਜੀ ਆ ਕੇ ਛਕਣ, ਬਹੁਤ ਪ੍ਰੇਮ ਦੇ ਸਹਿਤ ਇਹ ਅੰਦਰੋਂ ਆਵਾਜ਼ਾਂ ਦੇ ਰਹੀ ਹੈ। ਇੱਕ ਤਾਂ ਸਾਧ ਸੰਗਤ ਜੀ ਹੁੰਦੀ ਨਾ, ਬਾਹਰੋਂ ਅਸੀਂ ਅਰਦਾਸ ਕਰਦੇ ਹਾਂ ਤੇ ਜਿਹਦੇ ਬਾਰੇ ਮਹਾਰਾਜ ਸਾਹਿਬ ਕਹਿੰਦੇ ਨੇ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਤੇ ਫਿਰ ਇੱਕ ਥਾਂ ਤੇ ਕਹਿੰਦੇ ਨੇ ਬਿਨ ਬੋਲਿਆ ਸਭ ਕੁਛ ਜਾਣਦਾ ਕਿਸ ਆਗਿਆ ਕੀਚੈ ਅਰਦਾਸ, ਕਿ ਬਿਨਾਂ ਬੋਲਿਆ ਹੀ ਸਾਰਾ ਕੁਝ ਜਾਣਦਾ ਹੈ। ਉਹ ਸਾਡੀ ਹੁੰਦੀ ਹੈ ਭਾਵਨਾ ਮਨ ਦੇ ਅੰਦਰ ਸਾਡੇ ਕਿ ਕੀ ਅਸੀਂ ਚਾਹੁੰਦੇ ਹਾਂ। ਕਈ ਵਾਰ ਅਸੀਂ ਉਹ ਬਿਆਨ ਕੁਝ ਹੋਰ ਕਰਦੇ ਹਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ਬਦਾਂ ਰਾਹੀਂ ਬਿਆਨ ਕਰਕੇ, ਪਰ ਅੰਦਰ ਕੋਈ ਭਾਵਨਾ ਸਾਡੀ ਹੋਰ ਹੁੰਦੀ ਹੈ ਕਿ ਮਹਾਰਾਜ ਆਹ ਬਖਸ਼ਿਸ਼ ਕਰ ਦੇਣ। ਉਹ ਅੰਦਰਲੀ ਭਾਵਨਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਾਣਨ ਵਾਲੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਸਾਧ ਸੰਗਤ ਦੀ ਭਾਵਨਾ ਨੂੰ ਜਾਣਿਆ। ਘਟ ਘਟ ਕੇ ਅੰਤਰ ਕੀ ਜਾਣਤ ਵਾਲੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਇੱਕਦਮ ਸ਼ਿਕਾਰ ਖੇਡਦਿਆਂ ਹੋਇਆਂ ਸਿੱਖਾਂ ਨੂੰ ਛੱਡ ਕਰਕੇ ਘੋੜਾ ਭਜਾਇਆ, ਭਜਾ ਕਰਕੇ ਆਣ ਕਰਕੇ ਮਾਤਾ ਦੇ ਉਸ ਚੌਂਕੇ ਦੇ ਵਿੱਚ ਆਣ ਕਰਕੇ ਖੜੇ ਹੋਏ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਭਿੱਜੀ ਹੋਈ ਉਹ ਮਾਤਾ ਪ੍ਰਸ਼ਾਦਾ ਪਕਾ ਰਹੀ ਸੀ। ਤੇ ਸਾਧ ਸੰਗਤ ਜੀ ਜੇ ਕਿਤੇ ਕੋਈ ਬੰਦੇ ਦੇ ਮਨ ਦੇ ਵਿੱਚ ਵਲਵਲਾ ਹੋਵੇ ਸਤਿਗੁਰੂ ਜੀ ਦਰਸ਼ਨ ਦੇਣ ਤੇ ਇੱਕਦਮ ਦਰਸ਼ਨ ਹੋ ਜਾਣ ਤੇ ਫਿਰ ਉਹ ਭਾਈ ਗੁਰਦਾਸ ਜੀ ਕਹਿੰਦੇ ਨੇ ਗਿਆਨ ਮੈਂ ਨਾ ਗਿਆਨ ਰਹੇ, ਧਿਆਨ ਮੈਂ ਨਾ ਧਿਆਨ ਰਹੇ। ਸਾਰੀਆਂ ਸੁੱਧਾਂ ਭੁੱਲ ਜਾਂਦੀਆਂ, ਕੌਨਸ਼ੀਅਸਨੈਸ ਸਾਡੀ ਸਾਰੀ ਜਾਮ ਹੋ ਜਾਂਦੀ ਹੈ, ਬੰਦਾ ਦੰਗ ਹੋ ਜਾਂਦਾ। ਇਸ ਤਰ੍ਹਾਂ ਮਾਤਾ ਨੂੰ ਹੋਇਆ। ਮਾਤਾ ਵੇਖ ਕੇ ਹੈਰਾਨ ਰਹਿ ਗਈ, ਪਤਾ ਨਹੀਂ ਲੱਗਦਾ ਹੁਣ ਕਰੇ ਕੀ।
ਮਹਾਰਾਜ ਕਹਿੰਦੇ ਮਾਤਾ ਪ੍ਰਸ਼ਾਦਾ ਤਿਆਰ ਕਰ ਰਹੇ ਸੀ, ਲਿਆਓ ਛਕੀਏ ਪ੍ਰਸ਼ਾਦਾ। ਮਾਤਾ ਨੇ ਜੋ ਪ੍ਰਸ਼ਾਦਾ ਸੀ, ਜੋ ਵੀ ਉਹਦੇ ਉੱਤੇ ਕੋਈ ਉਹਨੇ ਸਬਜ਼ੀ ਕੋਈ ਬਣਾਈ ਸੀ, ਉੱਤੇ ਪਾ ਕਰਕੇ ਗੁਰੂ ਸਾਹਿਬ ਜੀ ਘੋੜੇ ਤੇ ਚੜੇ ਹੋਏ ਆ, ਵਾਗਾਂ ਵਾਲੇ ਹੱਥ ਨੇ, ਉੱਦਾਂ ਹੀ ਪ੍ਰਸ਼ਾਦਾ ਮਹਾਰਾਜ ਸਾਹਿਬ ਨੂੰ ਫੜਾ ਦਿੱਤਾ। ਕੋਈ ਉਹਨੇ ਭਾਂਡਾ ਨਹੀਂ ਵੇਖਿਆ, ਕੋਈ ਉਹਨੇ ਉਹ ਨਹੀਂ ਵੇਖਿਆ ਕਿ ਮਹਾਰਾਜ ਬੈਠ ਜਾਓ ਜਾਂ ਜਲ ਛਕ ਲਓ ਜਾਂ ਇੱਥੇ ਵੇਖੋ। ਪ੍ਰੇਮ ਦਾ ਪ੍ਰਸੰਗ ਐਸਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉੱਦਾਂ ਹੀ ਉਹ ਪ੍ਰਸ਼ਾਦਾ ਮਾਤਾ ਦਾ ਲਿਆ ਛਕਣ ਲੱਗ ਪਏ। ਉਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਲੰਗਰ ਦੀ ਮਰਜ਼ਾਦਾ ਦ੍ਰਿੜ ਕਰਾਈ ਹੈ ਕਿ ਕਿਵੇਂ ਛਕਣਾ ਚਾਹੀਦਾ। ਬਹੁਤ ਮਰਜ਼ਾਦਾ ਸਤਿਗੁਰੂ ਨੇ ਦ੍ਰਿੜ ਕਰਾਈਆਂ। ਸਤਿਗੁਰੂ ਜੀ ਆਪ ਅੰਮ੍ਰਿਤ ਵੇਲੇ 101 ਗਾਗਰ ਦੇ ਨਾਲ ਇਸ਼ਨਾਨ ਕਰਦੇ ਨੇ ਤੇ ਦੱਸਦੇ ਨੇ ਕਿ 5 ਇਸ਼ਨਾਨੇ ਕਰਨ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ। ਕਿਵੇਂ ਛਕਣਾ ਚਾਹੀਦਾ, ਉਹਨਾਂ ਦੇ ਇਤਿਹਾਸ 'ਚ ਬੜੀਆਂ ਬਰੀਕੀ ਨਾਲ ਇਹ ਚੀਜ਼ਾਂ ਮਿਲਦੀਆਂ। ਉਹੋ ਹੀ ਸਤਿਗੁਰੂ ਦੀ ਮਾਤਾ ਨੇ ਪ੍ਰਸ਼ਾਦਾ ਹੱਥ ਤੇ ਰੱਖ ਦਿੱਤਾ, ਵਾਗਾਂ ਵਾਲੇ ਹੱਥ ਨੇ, ਉੱਦਾਂ ਹੀ ਸਤਿਗੁਰੂ ਜੀ ਛਕੀ ਜਾ ਰਹੇ ਨੇ। ਵਾਹ ਵਾਹ, ਐਸਾ ਪ੍ਰਸ਼ਾਦਾ ਨਹੀਂ ਕਦੇ ਛਕਿਆ। ਮਾਤਾ ਉੱਥੇ ਖੜੀ ਹੋਈ ਹੈ, ਗੁਰੂ ਕੇ ਸਿੱਖ ਭੱਜ ਕਰਕੇ ਆਏ ਨੇ, ਵੇਖਿਆ ਹੈ ਕਿ ਇਹ ਕੀ ਬਣਿਆ ਹੋਇਆ, ਕਿਉਂਕਿ ਉਹਨਾਂ ਨੂੰ ਹੁਣ ਅੰਦਰ ਦੀ ਖੇਡ ਦਾ ਨਹੀਂ ਨਾ ਪਤਾ ਕਿ ਕੀ ਬਣ ਰਿਹਾ। ਮਾਤਾ ਖੜੀ ਹੈ, ਸਤਿਗੁਰੂ ਜੀ ਵਾਗਾਂ ਵਾਲੇ ਹੱਥ ਦੇ ਵਿੱਚ ਉਸੇ ਤਰ੍ਹਾਂ ਹੀ ਹੱਥ ਦੇ ਪ੍ਰਸ਼ਾਦਾ ਛਕੀ ਜਾ ਰਹੇ ਨੇ ਤੇ ਨਾਲ ਮਾਤਾ ਕਹੀ ਜਾ ਰਹੀ ਹੈ ਹੱਥ ਜੋੜ ਕਰਕੇ, ਕਹਿੰਦੀ ਤੁਮ ਪਾਪੀ ਹਮ ਬਖਸ਼ਣਹਾਰ, ਤੁਮ ਪਾਪੀ ਹਮ ਬਖਸ਼ਣਹਾਰ। ਸਿੱਖ ਕਹਿੰਦੇ ਮਾਤਾ ਕੀ ਕਹੀ ਜਾ ਰਹੀ ਹੈ, ਬੋਲ ਤੇ ਆਪਣੇ ਵੇਖ। ਮਹਾਰਾਜ ਕਹਿੰਦੇ ਸਾਨੂੰ ਪਤਾ ਕੀ ਭਾਵਨਾ ਹੈ। ਕਹਿੰਦੇ ਇਹਦੀ ਜਿਹੜੀ ਮਨ ਦੀ ਭਾਵਨਾ ਹੈ ਉਹ ਸਾਨੂੰ ਪਤਾ ਹੈ ਕਿ ਕੀ ਹੈ, ਕਿ ਇਹ ਤੇ ਉਲਟ ਫੇਰ ਸ਼ਬਦਾਂ ਦਾ ਹੀ ਹੋ ਰਿਹਾ ਹੈ। ਜੋ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਉਹ ਮਾਤਾ ਦਾ ਪ੍ਰਸ਼ਾਦਾ ਵੀ ਛਕਿਆ, ਉਹਦੇ ਵੱਲ ਦ੍ਰਿਸ਼ਟੀ ਕਰ ਦਿੱਤੀ, ਐਸੀ ਦ੍ਰਿਸ਼ਟੀ ਜਿਹਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭੱਟਾਂ ਨੇ ਦੱਸਿਆ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ਕਹਿੰਦੇ ਵੱਡੇ ਵੱਡੇ ਪਾਪ ਜਿਹੜੇ ਨੇ ਉਹਨਾਂ ਨੂੰ ਇੱਕ ਦ੍ਰਿਸ਼ਟੀ ਨਾਲ ਹਰ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਐਸੀ ਦ੍ਰਿਸ਼ਟੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ ਮਾਤਾ ਵੱਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਮਨਿਤ ਦਰਿਆਓ ਜਨਮ ਹਮ ਕਾਲਕ ਧੋਵੈ। ਉੱਥੇ ਫਿਰ ਉਹ ਘਟਨਾ ਵਾਪਰਦੀ ਹੈ, ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਮਾਤਾ ਨੂੰ ਸਾਰਾ ਗਿਆਨ ਦੀ ਬਖਸ਼ਿਸ਼ ਕਰ ਦਿੱਤੀ। ਜਨਮ ਮਰਨ ਮਾਤਾ ਦਾ ਕੱਢਿਆ ਗਿਆ ਹੈ। ਐਸੀਆਂ ਘਟਨਾਵਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਵੇਖ ਰਹੇ ਨੇ, ਸੁਣ ਰਹੇ ਨੇ, ਕਿਵੇਂ ਕਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਬਖਸ਼ਿਸ਼ ਵਰਤਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਣੀ ਵੀ ਪੜ੍ਹਦੇ ਨੇ। ਦੋਨੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਤੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਣੀ ਪੜ੍ਹਦੇ ਨੇ, ਸੇਵਾਵਾਂ ਕਰਦੇ ਨੇ। ਤੇ ਇੱਕ ਵਾਰੀ ਇੱਕ ਸਿੱਖ ਨੇ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਕਿਹੜੇ ਸਾਹਿਬਜ਼ਾਦੇ ਨੂੰ ਜ਼ਿਆਦਾ ਪ੍ਰੇਮ ਕਰਦੇ ਜੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਭਾਈ ਦੋਨੇ ਹੀ ਸਾਹਿਬਜ਼ਾਦੇ, ਇਹ ਇਤਿਹਾਸ ਦੇ ਵਿੱਚ ਸਾਧ ਸੰਗਤ ਦੀ ਲਿਖਤੀ ਰੂਪ ਦੇ ਵਿੱਚ ਸਾਖੀ ਹੈ ਕਿ ਦੋਨੇ ਸਾਹਿਬਜ਼ਾਦੇ ਪਾਠ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ। ਕਹਿੰਦੇ ਉਹ ਪੀੜੇ ਨੂੰ ਜਾ ਕਰਕੇ ਆ ਸੂਈ ਲੈ ਜਾਓ, ਇਹ ਖੁਬਾ ਕੇ ਵੇਖਣੀ ਹੈ ਕਿ ਖੁੱਬਦੀ ਹੈ ਕਿ ਨਹੀਂ ਖੁੱਬਦੀ। ਉਹ ਫਿਰ ਇਤਿਹਾਸਕਾਰਾਂ ਨੇ ਲਿਖਿਆ, ਉਹ ਸਿੱਖ ਗਿਆ ਜਾ ਕਰਕੇ ਬਾਬਾ ਰਾਮ ਰਾਏ ਜੀ ਜਿੱਥੇ ਕਰ ਰਹੇ ਸੀ ਉੱਥੇ ਖੁਬਾ ਕੇ ਵੇਖੀ, ਲੱਕੜ ਦੇ ਵਿੱਚ ਸੂਈ ਨਹੀਂ ਖੁੱਬਦੀ। ਦੂਸਰੇ ਪਾਸੇ ਗਏ ਨੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਬੜੀ ਛੋਟੀ ਉਮਰ ਹੈ, ਬਾਣੀ ਪੜ੍ਹ ਰਹੇ ਨੇ। ਸਾਧ ਸੰਗਤ ਦੀ ਸੂਈ ਖੁਬੋਈ ਹੈ ਵਿੱਚ, ਖੁੱਬ ਵੀ ਗਈ ਤੇ ਵਾਪਸ ਵੀ ਨਿਕਲ ਆਈ ਹੈ। ਜਿਸ ਤਰ੍ਹਾਂ ਮੋਮ
ਤੇ ਸਾਧ ਸੰਗਤ ਦੀ ਇਕੱਲੀ ਸਾਖੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਨਹੀਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਦਰਸਾ ਰਹੇ ਨੇ ਕਿ ਗੁਰੂ ਕਿਆ ਸਿੱਖਾ, ਜਦੋਂ ਤੂੰ ਬਾਣੀ ਪੜ੍ਹੇ ਨਾ, ਉਦੋਂ ਤੇਰੀ ਕਠੋਰਤਾ ਨਾ ਕਿਤੇ ਲੱਭੇ, ਉਦੋਂ ਤੇਰੇ ਵਿੱਚ ਕਠੋਰਤਾ ਇਹਦਾ ਨਾਮੋ ਨਿਸ਼ਾਨ ਮਿਟ ਜਾਵੇ ਤੇ ਤੂੰ ਕਿਸ ਤਰ੍ਹਾਂ ਢਲ ਜਾਵੇਂ, ਜਿਸ ਤਰ੍ਹਾਂ ਮੋਮ ਢਲ ਜਾਂਦੀ ਹੈ। ਜਿਸ ਤਰ੍ਹਾਂ ਮੋਮ ਦੇ ਵਿੱਚੋਂ ਦੀ ਸੂਈ ਨਗਾਇਆ ਵਾਪਸ ਨਿਕਲ ਆਉਂਦੀ ਹੈ, ਬਾਣੀ ਪੜ੍ਹ ਪੜ੍ਹ ਕੇ ਤੇਰੇ ਹਿਰਦੇ ਅੰਦਰ ਵਸ ਜਾਵੇ, ਇੰਨੀ ਵਸ ਜਾਵੇ ਕਿ ਤੂੰ ਬਾਣੀ ਦਾ ਰੂਪ ਹੀ ਹੋ ਜਾਵੇਂ, ਤੇਰਾ ਐਨ ਮਨ ਢਲ ਜਾਵੇ, ਢਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਆਸ਼ੇ ਦੇ ਅਨੁਸਾਰ ਹੋ ਜਾਵੇ। ਜਿੱਥੇ ਸਤਿਗੁਰੂ ਜੀ ਦਾ ਸਰੂਪ ਐਸਾ ਹੈ, ਗੁਰ ਅੰਮ੍ਰਿਤ ਭਿੰਨੀ ਦੇਹੋਰੀ ਅੰਮ੍ਰਿਤ ਬੁਰਕੇ ਰਾਮ ਰਾਜੇ, ਗੁਰੂ ਦਾ ਸਰੂਪ ਹੀ ਅੰਮ੍ਰਿਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਹ ਘਟਨਾ ਹੋਈ ਹੈ, ਇੱਕ ਥਾਂ ਤੇ ਸੂਈ ਨਹੀਂ ਖੁੱਭੀ, ਦੂਸਰੇ ਥਾਂ ਤੇ ਸੂਈ ਖੁੱਭ ਵੀ ਗਈ ਹੈ ਤੇ ਵਾਪਸ ਵੀ ਨਿਕਲ ਆਈ ਹੈ। ਤੇ ਮਹਾਰਾਜ ਕਹਿੰਦੇ ਭਾਈ ਇਹ ਤਾਂ ਅਕਾਲ ਪੁਰਖ ਨੇ ਆਪ ਹੀ ਫੈਸਲਾ ਕਰ ਦਿੱਤਾ ਹੈ ਕਿ ਕਿਹਨੂੰ ਪ੍ਰੇਮ ਕਰਦੇ ਆ ਤੇ ਕੀ ਕਾਰਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ, ਗੁਰੂ ਹਰਿਰਾਏ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਚਿੱਠੀ ਪਹੁੰਚਦੀ ਹੈ ਇੱਕ ਔਰੰਗਜ਼ੇਬ ਦੀ, ਕਿਉਂਕਿ ਔਰੰਗਜ਼ੇਬ ਬੜੀਆਂ ਚਾਲਾਂ ਚੱਲਦਾ ਹੈ, ਬੜੇ ਸ਼ਾਤਰ ਤਰੀਕੇ ਨਾਲ ਉਹਨੇ ਆਪਣਾ ਤਖਤ ਵੀ ਹਥਿਆਇਆ ਹੈ, ਆਪਣੇ ਭਰਾਵਾਂ ਨੂੰ ਮਾਰਿਆ, ਪਿਓ ਨੂੰ ਭੁੱਖਾ ਰੱਖ ਰੱਖ ਕੇ ਬਹੁਤ ਭੈੜੇ ਤਰੀਕੇ ਨਾਲ ਮਾਰਿਆ, ਬਹੁਤ ਜਲੀਲ ਕਰ ਕਰਕੇ ਮਾਰ ਕੇ ਸਾਰਿਆਂ ਨੂੰ ਗੱਦੀ ਦਾ ਮਾਲਕ ਬਣਿਆ। ਬਹੁਤ ਸਾਰੇ ਸਾਧ ਸੰਗਤ ਜੀ ਇਹਨੇ ਸਰਮਦ ਵਰਗੇ ਜਿਹੜੇ ਕਾਮਲ ਫਕੀਰ ਉਹ ਵੀ ਬਹੁਤ ਮਾਰੇ ਨੇ, ਬਹੁਤ ਚਲਾਕੀਆਂ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੀ ਦਿੱਲੀ ਸੱਦਣਾ ਚਾਹੁੰਦਾ ਗੁਰੂ ਹਰਿਰਾਏ ਸਾਹਿਬ ਜੀ ਦੇ, ਕਹਿੰਦਾ ਮੈਂ ਦਰਸ਼ਨ ਕਰਨੇ ਚਾਹੁੰਦਾ ਹੈ। ਇਤਿਹਾਸਕਾਰਾਂ ਨੇ ਕਈ ਕਾਰਨ ਲਿਖੇ ਨੇ, ਉਹਦੇ ਵਿੱਚੋਂ ਇੱਕ ਇਹ ਵੀ ਕਾਰਨ ਲਿਖਿਆ ਕਿ ਇਹਨੇ ਆਪਣੇ ਦਰਬਾਰ ਦੇ ਵਿੱਚ ਪੁੱਛਿਆ ਸੀ ਕਿ ਮੈਂ ਕਿਸੇ ਐਸੇ ਸੰਤ ਮਹਾਂਪੁਰਸ਼ ਦੇ ਦਰਸ਼ਨ ਕਰਨੇ ਚਾਹੁੰਦਾ ਜਿਹਦੇ ਦਰਸ਼ਨ ਕਰਨ ਦੇ ਨਾਲ ਮੈਨੂੰ ਸ਼ਾਂਤੀ ਪ੍ਰਾਪਤ ਹੋ ਜਾਵੇ ਮਨ ਨੂੰ। ਫਿਰ ਉੱਥੇ ਬੜੇ ਮੁੱਲੇ ਮੌਲਾਣੇ ਇਹਦੀ ਸਭਾ ਦੇ ਵਿੱਚ ਸਨ, ਪਰ ਸਾਰਿਆਂ ਨੇ ਇੱਕ ਦੋ ਨੇ ਸੱਚ ਬਿਆਨ ਕੀਤਾ, ਕਹਿੰਦੇ ਜੇ ਤੂੰ ਵਾਕਿਆ ਹੀ ਦਰਸ਼ਨ ਕਰਨੇ ਚਾਹੁੰਦਾ, ਇਸ ਸਮੇਂ ਮੌਜੂਦਾ ਸਮੇਂ ਅੰਦਰ ਧਰਤੀ ਦੇ ਉੱਪਰ ਇੱਕੋ ਇੱਕ ਸ਼ਖਸੀਅਤ ਹੈ, ਉਹ ਨੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਨਿਹਾਲ ਹੋ ਜਾਈਦਾ, ਭਾਵ ਕਿ ਦੁੱਖਾਂ ਤੋਂ ਰਹਿਤ ਹੋ ਜਾਈਦਾ, ਸ਼ਾਂਤੀ ਪ੍ਰਾਪਤ ਹੁੰਦੀ ਹੈ, ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਦਰਸ਼ਨ ਮਾਤਰ ਕਰਨ ਦੇ ਨਾਲ। ਉਹ ਵੀ ਇੱਕ ਕਾਰਨ ਹੈ ਕਿ ਇਹਨੇ ਚਿੱਠੀ ਲਿਖੀ ਬੜੇ ਪ੍ਰੇਮ ਸਤਿਕਾਰ ਦੇ ਸਹਿਤ ਕਿ ਮਹਾਰਾਜ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦੇ ਆ, ਕਿਰਪਾ ਕਰੋ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਾਧ ਸੰਗਤ ਜਿਹੜਾ ਸਾਰੇ ਸੰਸਾਰ ਨੂੰ ਛਲ ਲੈਂਦਾ ਹੈ, ਉਹ ਸਤਿਗੁਰੂ ਜੀ ਨੂੰ ਵੀ ਛਲਣਾ ਚਾਹੁੰਦਾ, ਪਰ ਸਤਿਗੁਰੂ ਜੀ ਕਦੋਂ ਛਲੇ ਜਾਂਦੇ ਨੇ। ਗੁਰੂ ਕੇ ਤਾਂ ਸਿੱਖ ਵੀ ਨਹੀਂ ਛਲੇ ਜਾਂਦੇ, ਨਾ ਹੋਏ ਮਰੇ ਨਾ ਠਾਗੇ ਜਾਹੇ, ਜਿਨ ਕਾ ਰਾਮ ਵਸੈ ਮਨ ਮਾਹੇ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮੇਸ਼ਰ ਵਸ ਜਾਂਦਾ ਹੈ, ਉਹ ਜਾਣ ਬੁੱਝ ਕੇ ਛਲੇ ਜਾਣ ਤਾਂ ਉਹਨਾਂ ਦੀ ਮਰਜ਼ੀ ਹੈ, ਕਿਸੇ ਕੌਤਕ ਨੂੰ ਕਰਨ ਵਾਸਤੇ, ਵੈਸੇ ਉਹ ਕਿਸੇ ਛਲਾਵੇ ਵਿੱਚ ਆਉਂਦੇ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਚਿੱਠੀ ਲਿਖੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਿੱਖਾਂ ਨਾਲ ਵਿਚਾਰ ਕੀਤੀ ਹੈ, ਤੇ ਸਿੱਖਾਂ ਨੇ ਬਹੁਤਿਆਂ ਨੇ ਇਤਿਹਾਸ ਦੇ ਵਿੱਚ ਲਿਖਿਆ ਇਹੋ ਹੀ ਸਲਾਹ ਦਿੱਤੀ ਕਿ ਮਹਾਰਾਜ ਜਾਣਾ ਚਾਹੀਦਾ, ਨੇੜਤਾ ਵਧਾਉਣੀ ਚਾਹੀਦੀ ਹੈ, ਪਹਿਲਾਂ ਵੈਰ ਰਿਹਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਮੇਂ ਕਿਹਾ ਸੀ ਕਿ ਭਾਈ ਇਹ ਔਰੰਗਜ਼ੇਬ ਬੜੇ ਛਲਾਵੇ ਕਰਦਾ, ਇਹ ਕਰਾਮਾਤਾਂ ਵੇਖਣੀਆਂ ਚਾਹੁੰਦਾ ਹੈ, ਇਹ ਕਰਾਮਾਤਾਂ ਦਾ ਆਦੀ ਹੋ ਚੁੱਕਾ ਹੈ। ਸਾਧ ਸੰਗਤ ਜੀ ਵੈਸੇ ਮੁਸਲਮਾਨ ਫਕੀਰ ਵੀ ਉਹ ਇਕੱਠੇ ਕਰ ਲੈਂਦਾ ਸੀ,
ਉਹਨਾਂ ਨੂੰ ਕਹਿੰਦਾ ਕਰਾਮਾਤ ਵਿਖਾਓ। ਜੇ ਕਰਾਮਾਤ ਨਹੀਂ ਵਿਖਾਉਂਦੇ ਤਾਂ ਉਹਨਾਂ ਨੂੰ ਜਲੀਲ ਕਰਦਾ ਸੀ, ਕਈਆਂ ਕੋਲੋਂ ਮਾਫੀਆਂ ਮੰਗਵਾਉਂਦਾ ਸੀ, ਕਈਆਂ ਨੂੰ ਕਤਲ ਕਰ ਦਿੰਦਾ ਸੀ। ਐਸਾ ਇਹਦਾ ਸੁਭਾਅ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਸਲਾਹ ਹੋਈ, ਕਹਿੰਦੇ ਠੀਕ ਆ ਚਲੋ ਬਾਬਾ ਰਾਮ ਰਾਏ ਜੀ ਦੀ ਡਿਊਟੀ ਲਾਈ ਗਈ। ਬਾਬਾ ਰਾਮ ਰਾਏ ਜੀ ਦੀ ਸਾਧ ਸੰਗਤ ਦੀ ਉਮਰ ਉਸ ਵੇਲੇ 11 ਕੁ ਸਾਲ ਹੈ। ਸਤਿਗੁਰੂ ਜੀ ਨੇ ਕਿਹਾ ਕਿ ਨਿਸ਼ਚਿੰਤ ਹੋ ਕਰਕੇ ਗੁਰੂ ਘਰ ਦੀਆਂ ਜਿਹੜੀਆਂ ਵਡਿਆਈਆਂ ਉਹਨੂੰ ਪ੍ਰਗਟ ਕਰਨਾ ਹੈ। ਕਿਸੇ ਤਰ੍ਹਾਂ ਦਾ ਡਰ ਨਹੀਂ ਰੱਖਣਾ, ਭੈ ਨਹੀਂ ਰੱਖਣਾ। ਗੁਰੂ ਨਾਨਕ ਸਾਹਿਬ ਤੁਹਾਡੀ ਰੱਖਿਆ ਕਰਨਗੇ, ਤੁਹਾਡੀ ਰਸਨਾ ਤੇ ਵਰਤਣਗੇ, ਜੋ ਚਾਹੋਗੇ ਕਰ ਸਕੋਗੇ, ਪਰ ਕਰਾਮਾਤ ਵਿਖਾਉਣ ਤੋਂ ਗੁਰੇਜ਼ ਕਰਨਾ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੀਆਂ ਵਡਿਆਈਆਂ ਵੀ ਪ੍ਰਗਟ ਕਰਨੀਆਂ ਨੇ। ਤੇ ਉਹ ਸਾਧ ਸੰਗਤ ਜਿਸ ਤਰ੍ਹਾਂ ਆਪਾਂ ਸਾਰੀ ਸੰਗਤ ਇਤਿਹਾਸ ਜਾਣਦੇ ਹਾਂ ਕਿ ਉੱਥੇ ਜਾ ਕਰਕੇ ਉਹਨਾਂ ਨੇ ਕਰਾਮਾਤਾਂ ਵਿਖਾਈਆਂ। 72 ਕਰਾਮਾਤਾਂ ਦਾ ਜ਼ਿਕਰ ਤਾਂ ਇਤਿਹਾਸ ਦੇ ਵਿੱਚ ਵੀ ਮਿਲਦਾ ਹੈ। ਉਹਨਾਂ ਵਿੱਚੋਂ ਇੱਕ ਦੋ ਦੀ ਮੈਂ ਬੇਨਤੀ ਆਪ ਜੀ ਨੂੰ ਕਰ ਦਿੰਦਾ ਹੈ ਕਿ ਸਾਧ ਸੰਗਤ ਜੀ ਜਦੋਂ ਬਾਬਾ ਜੀ ਦਾ ਉਤਾਰਾ ਕਰਾਉਣਾ ਸੀ, ਬਾਬਾ ਰਾਮ ਰਾਏ ਜੀ ਦਾ ਦਿੱਲੀ ਦੇ ਵਿੱਚ, ਉਹਨਾਂ ਨੇ ਕੀ ਕੀਤਾ ਕਿ ਇੱਕ ਖੂਹ ਹੈ, ਖੂਹ ਦੇ ਉੱਪਰ ਚਾਦਰਾਂ ਪਾ ਕਰਕੇ ਨਾ ਉਹਨੂੰ ਢੱਕ ਦਿੱਤਾ ਹੈ। ਉੱਤੇ ਕਿਸੇ ਤਰੀਕੇ ਨਾਲ ਪਲੰਘ ਟਿਕਾ ਦਿੱਤਾ ਕਿ ਬਾਬਾ ਰਾਮ ਰਾਏ ਜੀ ਨੂੰ ਆਖਾਂਗੇ ਆਓ ਜੀ ਬੈਠੋ ਤੁਹਾਡੇ ਵਾਸਤੇ। ਤੇ ਜਦੋਂ ਉਹ ਪਲੰਘ ਤੇ ਬਹਿਣ ਵਾਸਤੇ ਜਾਣਗੇ, ਪਲੰਘ ਤੇ ਬੈਠਣਗੇ ਤੇ ਉਹ ਭਾਰ ਨਾਲ ਥੱਲੇ ਖੂਹ ਦੇ ਵਿੱਚ ਡਿੱਗ ਜਾਣਗੇ ਤੇ ਸਾਰਾ ਕੰਮ ਸਮਾਪਤ ਹੋ ਜਾਏਗਾ। ਵੇਖੋ, ਇੱਕ ਬੰਨੇ ਚਿੱਠੀ ਪਾਈ ਆ ਪ੍ਰੇਮ ਦੀ, ਦੂਸਰੇ ਪਾਸੇ ਛਲ ਛਲਾਵੇ ਨੇ। ਪਰ ਸਤਿਗੁਰੂ ਜੀ ਜਾਣਦੇ ਨੇ ਬਾਬਾ ਰਾਮ ਰਾਏ ਜੀ ਜਾ ਕਰਕੇ ਬੈਠੇ ਐ ਤੇ ਸਾਧ ਸੰਗਤ ਜੀ ਉਹ ਪਲੰਘਾ ਇਸ ਤਰ੍ਹਾਂ ਹੋ ਗਿਆ ਜਿਸ ਤਰ੍ਹਾਂ ਪਲੰਘੇ ਦੇ ਜਿਹੜੇ ਪਾਵੇ ਨੇ ਪਤਾਲ ਦੇ ਵਿੱਚ ਐ ਪੱਕੇ ਗੱਡੇ ਗਏ ਹੋਣ। ਮਾਸਾ ਜਿੰਨਾ ਵੀ ਉਹ ਹਿੱਲਿਆ ਵੀ ਨਹੀਂ, ਜਿੰਨਾ ਚਿਰ ਬੈਠੇ ਰਹੇ ਨੇ ਉਹਦਾ ਕੋਈ ਇੱਕ ਵੀ ਪਾਵਾ ਨਹੀਂ ਹਿੱਲਿਆ। ਉਹਦੇ ਕਾਜ਼ੀਆਂ ਦੀਆਂ ਗੱਲਾਂ ਦੱਸਣੀਆਂ, ਛੜਾਵੇ ਦੱਸਣੇ, ਉਹਦੇ ਮਹਿਲ ਦੇ ਵਿੱਚ ਰਾਣੀਆਂ ਕੀ ਗੱਲਾਂ ਕਰਦੀਆਂ ਉਹ ਦੱਸਣੀਆਂ, ਕਿਸ਼ਤੀ ਤੋਂ ਬਿਨਾਂ ਜਮਨਾ ਪਾਰ ਕਰਨੀ। ਇਸ ਤਰ੍ਹਾਂ ਦੀਆਂ ਸਾਧ ਸੰਗਤ ਦੀ 72 ਕਰਾਮਾਤਾਂ ਬਾਬਾ ਜੀ ਨੇ ਵਿਖਾਈਆਂ। ਬੱਕਰੇ ਨੂੰ ਜਿਉਂਦਾ ਕਰਨਾ, ਹੋਰ ਕਈ ਕੁਝ ਐਸੀਆਂ ਕਰਾਮਾਤਾਂ ਵਿਖਾਈਆਂ। ਹੌਲੀ ਹੌਲੀ ਪ੍ਰਭਾਵ ਦੇ ਵਿੱਚ ਆਉਂਦੇ ਗਏ ਤੇ ਸਾਧ ਸੰਗਤ ਜੀ ਫਿਰ ਉਹ ਘਟਨਾ ਹੋਈ ਹੈ ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੀ ਜਦੋਂ ਗੱਲ ਆਈ ਹੈ ਤੇ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਤੇ ਸੋ ਬੇਈਮਾਨ ਸ਼ਬਦ ਵਰਤਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਸਾਡੇ ਪਾਸ ਨਾ ਆਵੇ, ਹੁਣ ਉਹਦੇ ਕੋਲ ਹੀ ਰਹੇ। ਫਿਰ ਜਿਹਦੀ ਖੁਸ਼ਾਮਦ ਕੀਤੀ ਹੈ, ਜਿੱਧਰ ਨੂੰ ਮੂੰਹ ਉਧਰ ਨੂੰ ਚਲਾ ਜਾਵੇ। ਤੇ ਇਧਰੋਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਅੰਮ੍ਰਿਤ ਵੇਲੇ ਉੱਠ ਕਰਕੇ ਬਾਣੀ ਵੀ ਪੜ੍ਹਦੇ ਨੇ ਤੇ ਫਿਰ ਆਪ ਲੰਗਰ ਦੇ ਵਿੱਚ ਵੀ ਸੇਵਾ ਕਰਦੇ ਹੈ। ਛੋਟੀ ਉਮਰ ਹੈ, 5 ਸਾਲ ਦੀ ਉਮਰ ਕਿੰਨੀ ਹੁੰਦੀ ਹੈ। ਸਤਿਗੁਰੂ ਜੀ ਦਾ ਅਵਤਾਰ ਹੋਇਆ 56 ਦੇ ਵਿੱਚ ਤੇ ਸਤਿਗੁਰੂ ਜੀ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਈ ਸਾਧ ਸੰਗਤ ਦੀ 61 ਦੇ ਵਿੱਚ। 6 ਅਕਤੂਬਰ 1661 ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸੱਚਖੰਡ ਗਏ ਨੇ, ਜੋਤੀ ਜੋਤ ਸਮਾਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੰਗਤਾਂ ਨੂੰ ਬੁਲਾਇਆ, ਬੁਲਾ ਕਰਕੇ ਕਿਉਂਕਿ ਸਾਰੀਆਂ ਸੰਗਤਾਂ ਨੂੰ ਪਹਿਲਾਂ ਇੰਡੀਕੇਸ਼ਨ ਪ੍ਰਾਪਤ ਹੋ ਚੁੱਕੇ ਸਨ ਕਿ ਇਹਨਾਂ ਨੂੰ ਹੀ ਗੁਰਤਾ ਗੱਦੀ ਮਿਲੇਗੀ। ਸਤਿਗੁਰੂ ਜੀ ਨੇ ਸੱਦਾ ਪੱਤਰ ਦੇ ਕਰਕੇ ਬਹੁਤ ਭਾਰੀ ਇਕੱਠ ਕੀਤਾ ਸੰਗਤਾਂ ਦਾ ਕੀਰਤਪੁਰ ਸਾਹਿਬ ਵਿਖੇ। ਤੇ ਜਿਹੜਾ ਚੌਰ ਕਰ ਰਿਹਾ ਸੀ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਸਿੱਖ, ਉਹਨੂੰ ਕਹਿ ਦਿੱਤਾ ਭਾਈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉੱਤੇ ਚੌਰ ਕਰੋ। 3 ਪਰਿਕਰਮਾ ਕਰਕੇ ਮੱਥਾ ਟੇਕ ਦਿੱਤਾ ਹੈ। ਸੰਗਤਾਂ ਨੂੰ ਕਹਿ ਦਿੱਤਾ ਹੈ ਕਿ ਭਾਈ ਅੱਜ ਤੋਂ ਦੀਨ ਦੁਨੀਆ ਦੇ ਤੁਹਾਡੇ ਕਾਰਜ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਵਾਰਨਗੇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਹਰਿ ਕ੍ਰਿਸ਼ਨ
कृष्ण त्याय, श्री हरि कृष्ण त्याय। जिस डिठै सब दुख जाए, जिस डिठै सब दुख जाए, जिस डिठै सब दुख जाए, जिस डिठै सब दुख जाए। श्री हर कृष्ण ध्याइयै, जिस डिठै सब दुख जाए। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਹਨ, ਜਿਨ੍ਹਾਂ ਦੇ ਦਰਸ਼ਨ ਕਰਨੇ ਮਾਤਰ ਤੇ ਸਾਧ ਸੰਗਤ ਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤਾਂ ਆਉਂਦੀਆਂ ਨੇ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਅੰਮ੍ਰਿਤ ਵੇਲੇ ਸਾਧ ਸੰਗਤ ਜੀ ਸਤਿਗੁਰੂ ਜੀ ਇਸ਼ਨਾਨ ਪਾਣੀ ਕਰਦੇ ਹਨ, ਫਿਰ ਸਮਾਧੀ ਦੇ ਵਿੱਚ ਬੈਠਦੇ ਨੇ, ਫਿਰ ਬਾਣੀ ਪੜ੍ਹਦੇ ਨੇ, ਫਿਰ ਕੀਰਤਨ ਸਾਧ ਸੰਗਤ ਜੀ ਆਰੰਭ ਹੋ ਜਾਂਦਾ ਹੈ। ਕੀਰਤਨ ਦੇ ਭੋਗ ਦੇ ਉਪਰੰਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਕੀ ਬਾਣੀ ਦੀ ਕਥਾ ਵਿਚਾਰਾਂ ਸੰਗਤਾਂ ਨੂੰ ਸਰਵਣ ਕਰਾਉਂਦੇ ਨੇ। ਫਿਰ ਸੰਗਤਾਂ ਨੂੰ ਮਿਲਦੇ ਹੈ ਜੋ ਬਹੁਤ ਸਾਰੀਆਂ ਵਸਤੂ, ਜਿਹੜੀਆਂ ਬਹੁਤ ਸਾਰੀਆਂ ਭੇਟਾਵਾਂ ਸਤਿਗੁਰੂ ਜੀ ਦੇ ਦਰ ਤੇ ਆਈਆਂ ਹੁੰਦੀਆਂ, ਉਹਨਾਂ ਨੂੰ ਲੰਗਰ ਦੇ ਵਿੱਚ ਕਹਿੰਦੇ ਪਹੁੰਚਾ ਦਿਓ। ਜਿਹੜੀਆਂ ਕੁਝ ਵੱਧ ਜਾਂਦੀਆਂ ਹੈ ਕਹਿੰਦੇ ਮੌਕੇ ਤੇ ਹੁਣੇ ਹੀ ਲੋੜਵੰਦਾਂ ਨੂੰ ਵਰਤਾ ਦਿਓ, ਕੱਲ ਵਾਸਤੇ ਨਹੀਂ ਕੁਝ ਜਮ੍ਹਾਂ ਰੱਖਣਾ। ਐਸੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਵਰਤਾ ਰਹੇ ਹਨ। ਜੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਉਂਦਾ ਹੈ, ਨਿਹਾਲ ਹੋ ਕੇ ਜਾਂਦਾ ਹੈ। ਲੰਮੇ ਦੇਸ਼ ਦੀ ਸੰਗਤ ਆ ਰਹੀ ਹੈ ਦਰਸ਼ਨਾਂ ਵਾਸਤੇ। ਇਹ ਸਾਧ ਸੰਗਤ ਜੀ ਪੇਸ਼ਾਵਰ ਦੇ ਇਲਾਕੇ ਨੂੰ ਇਹ ਲੰਮਾ ਦੇਸ਼ ਕਿਹਾ ਜਾਂਦਾ ਸੀ, ਸ਼ਾਇਦ ਜੇ ਮੈਂ ਨਾਮ ਵਿਸਰਿਆ ਹੋਵੇ ਮੈਨੂੰ। ਜਸਵੰਤ ਰਾਏ ਤੇ ਉਹਦੀ ਘਰਵਾਲੀ ਦੋਨੇ ਨਾਲ ਆ ਰਹੇ ਨੇ। ਉਹ ਕਹਿੰਦੇ ਜੀ ਉੱਥੇ ਸੰਗਤਾਂ ਦਾ ਵਾਹਵਾ ਇਕੱਠ ਹੁੰਦਾ ਹੈ ਤੇ ਚਲੋ ਚੋਰੀ ਚੂਰੀ ਕਰ ਲਾਂਗੇ, ਕੁਝ ਨਾ ਕੁਝ 4 ਦਿਨ ਸੌਖੇ ਗੁਜ਼ਾਰੇ ਹੋਣਗੇ। ਉਹ ਆ ਰਹੇ ਨੇ, ਆ ਕਰਕੇ ਸੰਗਤਾਂ ਨੇ ਮੱਥਾ ਟੇਕਿਆ, ਇਹਨਾਂ ਨੇ ਵੀ ਮੱਥਾ ਟੇਕਿਆ। ਜਦੋਂ ਮੱਥਾ ਟੇਕਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦ੍ਰਿਸ਼ਟੀ ਕੀਤੀ, ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਜਦੋਂ ਜਸਵੰਤ ਰਾਏ ਨੇ ਵੇਖਿਆ ਨਾ ਕਿ ਮੇਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੱਲ ਜਾਣ ਹੀ ਗਏ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਸੀ ਨਜ਼ਰ ਪਈ ਹੈ ਸਾਧ ਸੰਗਤ ਜੀ ਕਿ ਮਨ ਦੇ ਵਿੱਚ ਸੱਚ ਦਾ ਪ੍ਰਕਾਸ਼ ਹੋ ਗਿਆ ਹੈ। ਉੱਥੇ ਹੀ ਰੋਣ ਲੱਗ ਪਿਆ, ਰੋ ਰੋ ਕੇ ਸਾਰੀਆਂ ਸੰਗਤਾਂ ਨੂੰ ਦੱਸਦਾ ਕਿ ਸਾਧ ਸੰਗਤ ਜੀ ਮੈਂ ਤਾਂ ਐਡੀ ਦੂਰੋਂ ਇਸੇ ਕੰਮ ਵਾਸਤੇ ਆਇਆ ਸੀ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਦੱਸਿਆ ਸਾਰੀ ਜਦੋਂ ਕਹਾਣੀ, ਫਿਰ ਸਾਧ ਸੰਗਤ ਜੀ ਉੱਥੇ ਹੀ ਉਹਨੇ ਗੁਰੂ ਕੀ ਸਿੱਖੀ ਨੂੰ ਧਾਰਨ ਕੀਤਾ, ਪ੍ਰਣ ਕੀਤਾ ਕਿ ਮੈਂ ਅੱਗੇ ਤੋਂ ਨਹੀਂ ਇਹ ਕਾਰਜ ਕਰਾਂਗਾ। ਆਪਣੇ ਦੇਸ਼ ਦੇ ਵਿੱਚ ਜਾ ਕਰਕੇ ਗੁਰਸਿੱਖੀ ਨੂੰ ਕਮਾ ਕਰਕੇ ਕਿਰਤ ਨੂੰ ਕਰਨ ਲੱਗਾ ਹੈ। ਜਿੱਥੇ ਅੱਜ ਗੁਰਦੁਆਰਾ ਅੰਬ ਸਾਹਿਬ ਹੈ ਸਾਧ ਸੰਗਤ ਜੀ, ਇੱਥੋਂ ਦੀ ਸੰਗਤ ਗਈ ਹੈ। ਉੱਥੋਂ ਦਾ ਪਿੰਡ ਦਾ ਜਿਹੜਾ ਪੰਚ ਸੀ ਉਹ ਬਹੁਤ ਜ਼ਿਆਦਾ ਕੋਈ ਮਾੜੇ ਕਰਮਾਂ ਦੇ ਵਿੱਚ ਪੈ ਕਰਕੇ ਵਿਕਾਰੀ ਹੋ ਕੇ ਸੋ ਇਹਨਾਂ ਕੰਮਾਂ ਦੇ ਵਿੱਚ ਪਿਆ ਹੋਇਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗਾ ਤੇ ਮਹਾਰਾਜ ਸਾਹਿਬ ਜੀ ਨੇ ਜਦੋਂ ਦ੍ਰਿਸ਼ਟੀ ਕੀਤੀ, ਕਹਿੰਦੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਕਹਿੰਦੇ ਪੰਚਾ ਮਾੜੇ ਕਰਮ ਕਰਦਾ ਹੈ, ਤੇਰੇ ਪਿੰਡ ਦਾ ਆਗੂ ਹੋ ਕਰਕੇ, ਆਪਣੇ ਪਿੰਡ ਦਾ ਆਗੂ ਹੋ ਕਰਕੇ ਇਹੋ ਜਿਹੇ ਕਰਮ ਕਰਦਾ ਹੈ, ਤੇਰਾ ਨਗਰ ਪ੍ਰਫੁੱਲਤ ਨਹੀਂ ਹੋ ਸਕੇਗਾ। ਜੇ ਉਹਦਾ ਆਗੂ ਇਸ ਤਰ੍ਹਾਂ ਦਾ ਹੋਏਗਾ ਤੇ ਉਹ ਕਿਧਰ ਨੂੰ ਨਗਰ ਸਾਰਾ ਜਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੋ ਰੋ ਕਰਕੇ ਆਪਣੀਆਂ ਮਾਫੀਆਂ ਮੰਗੀਆਂ, ਅੱਗੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਸੋ ਸਾਧ ਸੰਗਤ ਜੀ ਅੱਗੇ ਇਸੇ ਤਰ੍ਹਾਂ ਦੇ ਨਾਲ
ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਆਗਿਆ ਕੀਤੀ ਸੀ ਕਿ ਕਰਾਮਾਤ ਨਹੀਂ ਵਿਖਾਉਣੀ ਤੇ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ, ਨਾ ਉਹਨੂੰ ਦਰਸ਼ਨ ਦੇਣੇ ਐ ਤੇ ਨਾ ਉਹਦੇ ਦਰਸ਼ਨ ਕਰਨੇ ਐ। ਔਰੰਗਜ਼ੇਬ ਦੇ ਪਾਸ ਬੜੀਆਂ ਚਿੱਠੀਆਂ ਭੇਜਦਾ ਹੈ ਰਾਮ ਰਾਏ ਜੀ, ਬੜਾ ਕੁਝ ਕਰਦੇ ਨੇ। ਕਹਿੰਦੇ ਤੇਰੇ ਨਾਲ ਮੈਂ ਸਹਿਚਾਰ ਰੱਖਣ ਕਰਕੇ ਮੈਨੂੰ ਬਰਖਾਸਤ ਕੀਤਾ ਗਿਆ ਹੈ, ਮੈਂ ਵੱਡਾ ਹੈ, ਮੇਰਾ ਹੱਕ ਬਣਦਾ ਮੈਨੂੰ ਗੱਦੀ ਦਵਾ। ਤੇ ਔਰੰਗਜ਼ੇਬ ਆਪ ਵੀ ਜਾਣਦਾ ਕਿ ਜੇ ਵੱਡੇ ਦਾ ਹੱਕ ਬਣਦਾ ਤੇ ਮੈਂ ਵੀ ਛੋਟਾ ਹੀ ਹਾਂ, ਮੈਂ ਵੀ ਤਾਂ ਗੱਦੀ ਧੱਕੇ ਨਾਲ ਹੀ ਪ੍ਰਾਪਤ ਕੀਤੀ, ਚੁੱਪ ਕਰ ਜਾਂਦਾ ਹੈ। ਕਹਿੰਦਾ ਰਾਮ ਰਾਏ ਜੀ ਇਸ ਤਰ੍ਹਾਂ ਦੀ ਬੇਨਤੀ ਹੈ ਕਿ ਜੇ ਤੇ ਕੋਈ ਤੁਹਾਨੂੰ ਘਾਟਾ ਪਿਆ ਫਾਈਨੈਂਸ਼ੀਅਲੀ ਤੇ ਮੈਂ ਤੁਹਾਨੂੰ ਜਗੀਰਾਂ ਦੇ ਦਿੰਦਾ ਹੈ, ਪਰ ਜਿਹੜੀ ਗੁਰਤਾ ਗੱਦੀ ਹੈ ਉਹ ਤੇ ਜਿਹਨੂੰ ਗੁਰੂ ਹਰਿਰਾਏ ਸਾਹਿਬ ਜੀ ਕਰ ਗਏ ਆ, ਉਹ ਤੇ ਹੁਣ ਸਿੱਖਾਂ ਨੇ ਤੇ ਉਹਨੂੰ ਹੀ ਮੰਨਣਾ, ਉਹ ਤੇ ਨਹੀਂ ਨਾ ਆਪਾਂ ਹਟਾ ਸਕਦੇ। ਇਹਨਾਂ ਨੂੰ ਫਿਰ ਸਾਧ ਸੰਗਤ ਜੀ ਇਹ ਜਿਹੜਾ ਦੇਹਰਾਦੂਨ ਜਿਹੜਾ ਏਰੀਆ ਉੱਥੇ ਜਗੀਰਾਂ ਦੇ ਦਿੱਤੀਆਂ ਸਨ, 2-3 ਪਿੰਡ ਦਿੱਤੇ ਸਨ, ਉੱਥੇ ਫਿਰ ਜਾ ਕਰਕੇ ਇਹ ਵਸ ਗਏ ਸਨ। ਤੇ ਹੁਣ ਔਰੰਗਜ਼ੇਬ ਫਿਰ ਸ਼ੈਤਾਨੀ ਦਿਮਾਗ ਚੱਲਦਾ ਹੈ ਕਿ ਜਿਨ੍ਹਾਂ ਨੂੰ ਐਸੀਆਂ ਕਰਾਮਾਤਾਂ ਮੈਨੂੰ ਰਾਮ ਰਾਜ ਜੀ ਨੇ ਵਿਖਾਈਆਂ ਹੈ, ਪਰ ਗੁਰੂ ਹਰਿਰਾਏ ਸਾਹਿਬ ਜੀ ਨੇ ਜਿਨ੍ਹਾਂ ਨੂੰ ਚੁਣਿਆ ਹੈ ਉਹ ਕਿੱਡੀ ਕੁ ਵੱਡੀ ਬਖਸ਼ਿਸ਼ ਦੇ ਮਾਲਕ ਹੋਣਗੇ, ਮੈਂ ਉਹਨਾਂ ਦੇ ਵੀ ਦਰਸ਼ਨ ਜ਼ਰੂਰ ਕਰਾਂ ਤੇ ਮੈਂ ਉਹਨਾਂ ਤੋਂ ਵੀ ਵੇਖਾਂ ਕੀ ਕਰਾਮਾਤਾਂ ਨੇ। ਫਿਰ ਚਿੱਠੀਆਂ ਭੇਜੀਆਂ, ਗੁਰੂ ਕੇ ਸਿੱਖ ਸ਼ਰਧਾਲੂ ਸਨ ਜਿਹੜੇ, ਉਹਨਾਂ ਰਾਹੀਂ ਭੇਜੀਆਂ ਕਿ ਮਹਾਰਾਜ ਦਿੱਲੀ ਆਓ। ਸਿੱਖ ਸੰਗਤਾਂ ਵੀ ਕਹਿਣ ਲੱਗੀਆਂ, ਕਹਿੰਦੇ ਠੀਕ ਆ ਜੀ ਚਲੋ। ਮਹਾਰਾਜ ਸਾਹਿਬ ਨੇ ਕਈ ਕੌਤਕ ਕਰਨੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਚੱਲੇ ਹਨ, ਜਿਸ ਤਰ੍ਹਾਂ ਆਪਾਂ ਸਾਖੀ ਜਾਣਦੇ ਹਾਂ, ਸ੍ਰੀ ਪੰਜੋਖਰਾ ਸਾਹਿਬ ਵਿਖੇ ਸੱਜੂ ਝੀਵਰ ਦੀ ਤੇ ਲਾਲ ਚੰਦ ਪੰਡਤ ਦੀ। ਲਾਲ ਚੰਦ ਪੰਡਤ ਨੇ ਪੁੱਛਿਆ ਹੈ, ਕਹਿੰਦੇ ਜੀ ਇਹ ਬੜੇ ਤੰਬੂ ਲੱਗੇ ਹੋਏ ਹਨ, ਬੜੀਆਂ ਸੰਗਤਾਂ ਫਿਰ ਰਹੀਆਂ ਨੇ, ਕੌਣ ਉਤਰਿਆ ਹੋਇਆ ਇੱਥੇ? ਉਹ ਕਹਿੰਦੇ ਜੀ ਇੱਥੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਤਰੇ ਹੋਏ ਹਨ। ਕਹਿੰਦਾ ਹੈ ਐਡਾ ਵੱਡਾ ਨਾਮ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਕਹਿੰਦਾ ਕਿੰਨੀ ਕੁ ਆਯੂ ਹੈ? ਤੇ ਆਯੂ ਦੱਸੀ ਜਦੋਂ, ਕਹਿੰਦੇ ਜੀ 5 ਸਾਲ। ਕਹਿੰਦਾ ਹੈ, ਕਹਿੰਦਾ ਐਡਾ ਵੱਡਾ ਨਾਮ ਰਖਾਇਆ ਹੋਇਆ, ਆਯੂ 5 ਸਾਲ ਹੈ। ਕਹਿੰਦਾ ਹਰ ਕ੍ਰਿਸ਼ਨ, ਕਹਿੰਦਾ ਕ੍ਰਿਸ਼ਨ ਦੇ ਅੱਗੇ ਵੀ ਹਰ ਲਾਇਆ ਹੋਇਆ, ਕ੍ਰਿਸ਼ਨ ਨੇ ਤਾਂ ਗੀਤਾ ਉਚਾਰੀ ਸੀ, ਇਹਦੇ ਵੀ ਭਾਗ ਖੁੱਲਣ ਲੱਗੇ ਸਾਧ ਸੰਗਤ ਜੀ, ਤੇ ਨਾਲ ਕਈਆਂ ਦੇ ਭਾਗ ਖੁੱਲਣ ਲੱਗੇ। ਕਹਿੰਦਾ ਕ੍ਰਿਸ਼ਨ ਜੀ ਨੇ ਤਾਂ ਗੀਤਾ ਉਚਾਰੀ ਸੀ, ਇਹ ਗੀਤਾ ਦੇ ਕਿਸੇ ਸ਼ਲੋਕ ਦੇ ਅਰਥ ਹੀ ਕਰਦੇ। ਗੁਰੂ ਕੇ ਸਿੱਖ ਨੇ ਜਾ ਕਰਕੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਇਸ ਤਰ੍ਹਾਂ ਦਾ ਇੱਕ ਪੰਡਤ ਹੈ, ਉਹ ਇਸ ਤਰ੍ਹਾਂ ਦੇ ਬਚਨ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਧੀਰਜ ਖਿਮਾ ਦੇ ਦਾਤੇ, ਕਹਿੰਦੇ ਲੈ ਕੇ ਆਓ। ਕਹਿੰਦੇ ਹਾਂਜੀ ਪੰਡਤ ਜੀ ਦੱਸੋ। ਕਹਿੰਦਾ ਮਹਾਰਾਜ ਕਿਸੇ ਤੁਸੀਂ ਸ਼ਲੋਕ ਦੇ ਅਰਥ ਹੀ ਕਰਦੇ ਹੋ ਗੀਤਾ ਦੇ? ਮਹਾਰਾਜ ਕਹਿੰਦੇ ਜੀ ਅਸੀਂ ਅਰਥ ਕਰ ਦਿੱਤੇ, ਤੇਰੇ ਮਨ ਦੇ ਵਿੱਚ ਫਿਰ ਸ਼ੰਕਾ ਰਹਿ ਜਾਏਗਾ ਕਿ ਪਿਤਾ ਗੁਰੂ ਨੇ ਕਿਤੇ ਵਿਦਵਾਨ ਰੱਖ ਕੇ ਪੜ੍ਹਾ ਦਿੱਤੇ ਹੋਣਗੇ ਇਹਨਾਂ ਨੂੰ, ਤੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਉੱਤੇ ਤੇਰਾ ਸ਼ੱਕ ਨਹੀਂ ਦੂਰ ਹੋਏਗਾ। ਕਹਿੰਦੇ ਤੂੰ ਲਿਆ ਕੋਈ ਬੰਦਾ, ਉਹਦੇ ਕੋਲੋਂ ਅਸੀਂ ਅਰਥ ਕਰਾ ਦਿੰਦੇ ਹਾਂ। ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕਰਕੇ ਸਾਧ ਸੰਗਤ ਜੀ ਬੜਾ ਮਨ ਦੇ ਵਿੱਚ ਖੁਸ਼ ਹੋਇਆ। ਕਹਿੰਦਾ ਹੈ ਇਹ ਤੇ ਗੱਲ ਹੀ ਬੜੀ ਤਗੜੀ ਬਣ ਗਈ ਹੈ। ਅੱਗੇ ਗਿਆ, ਜਾ ਕਰਕੇ ਬੰਦਾ ਵੇਖਿਆ ਬੜਾ ਮਿੱਟੀ ਨਾਲ ਓਤ-ਪੋਤ ਹੋਇਆ, ਉਹਨੂੰ ਆਵਾਜ਼ਾਂ ਮਾਰੀ ਜਾਂਦਾ, ਉਹ ਸੁਣਦਾ ਹੀ ਨਹੀਂ, ਉਹਨੂੰ ਇਸ਼ਾਰੇ ਕਰੀ ਜਾਂਦਾ, ਸੁਣਦਾ ਹੀ ਨਹੀਂ। ਉਹ ਬੜੇ ਯਤਨ ਨਾਲ ਉਹਦੇ ਪਾਸ ਗਿਆ, ਵੇਖਿਆ ਵੀ ਇਹ ਤੇ ਬੰਦਾ ਗੁੰਗਾ ਵੀ ਹੈ ਤੇ ਬੋਲਾ ਵੀ, ਉਹ ਕਹਿੰਦਾ ਤੇ ਗੱਲ ਹੀ ਬਣ ਗਈ। ਉਹਨੂੰ ਲੈ ਗਿਆ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਕੋਲੋਂ ਅਰਥ ਕਰਾਓ। ਤੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦ੍ਰਿਸ਼ਟੀ ਪਾਈ ਹੈ, ਇੱਕ ਛੜੀ ਰੱਖਿਆ ਕਰਦੇ ਸਨ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹੱਥ ਦੇ ਵਿੱਚ ਛੜੀ। ਜਦੋਂ ਉਹ ਸੱਜੂ ਝੀਵਰ ਦੇ
ਮਸਤਕ ਤੇ ਲਾਈ ਹੈ ਨਾ ਸਾਧ ਸੰਗਤ ਜੀ, ਜਿਸ ਤਰ੍ਹਾਂ ਕਰੰਟ ਫਲੋ ਕਰ ਜਾਂਦਾ ਨਾ, ਸਾਰਾ ਗਿਆਨ ਬਖਸ਼ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕੇ ਨਜ਼ਰ ਦੇ ਨਾਲ ਉਸ ਨੂੰ ਸਾਰੇ ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟ ਕਰਕੇ ਸ਼ੁੱਧ ਕਰ ਦਿੱਤਾ ਹੈ। ਬਹੁਤ ਵੱਡਾ ਉਹਦੀ ਬੁੱਧੀ ਦੇ ਵਿੱਚ ਗਿਆਨ ਬਖਸ਼ਿਸ਼ ਕਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ। ਕਹਿੰਦੇ ਪੰਡਤ ਜੀ ਹੁਣ ਸੁਣ ਲਓ ਇਹਦੇ ਕੋਲੋਂ ਅਰਥ ਕਿਹੜੇ ਸੁਣਨੇ ਚਾਹੁੰਦੇ ਆ। ਤੇ ਸਾਧ ਸੰਗਤ ਜੀ ਉਸ ਛੱਜੂ ਚੀਵਰ ਨੇ ਬੋਲ ਕਰਕੇ ਕਿਹਾ, ਪੰਡਤ ਜੀ ਕਰੋ, ਦੱਸੋ ਕਿਹੜੇ ਸ਼ਲੋਕ ਦੇ ਅਰਥ ਕਰਾਂ। ਤੇ ਸਾਧ ਸੰਗਤ ਜੀ ਜਦੋਂ ਉਹ ਗੁੰਗਾ ਬੋਲਾ ਬੋਲਿਆ ਤੇ ਪੰਡਤ ਹੋਣਾ ਦਾ ਤਾਂ ਗਿਆਨ ਧਿਆਨ ਜਿਹੜਾ ਸੀ ਉਹ ਆਪਣਾ ਹੀ ਖਤਮ ਹੋ ਗਿਆ ਵੀ ਇਹ ਬੰਦਾ ਬੋਲਣ ਵੀ ਲੱਗ ਪਿਆ। ਉਚਾਰਨ ਕਰਦਾ ਪੰਡਤ ਤੇ ਛੱਜੂ ਚੀਵਰ ਜੀ ਦੱਸਦੇ ਨੇ, ਕਹਿੰਦੇ ਪੰਡਤ ਜੀ ਉਹ ਉਚਾਰਨ ਨਹੀਂ ਸ਼ੁੱਧ ਹੋਇਆ ਤੁਹਾਡੇ ਕੋਲੋਂ, ਇਸ ਤਰ੍ਹਾਂ ਉਚਾਰਨ ਕਰੋ, ਉਹਦੇ 6 ਅਰਥ ਕਰਕੇ ਸੁਣਾਏ। ਪਰ ਸਤਿਗੁਰੂ ਜੀ ਦੀ ਦ੍ਰਿਸ਼ਟੀ ਦੇ ਐਸੀ ਬਖਸ਼ਿਸ਼, ਐਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਤਾਕਤ ਕਿ ਉਹ ਲਾਲ ਚੰਦ ਨੂੰ ਵੀ ਆਪਣਾ ਗਿਆਨ ਹੋ ਗਿਆ। ਉਹ ਕਹਿੰਦਾ ਮਹਾਰਾਜ ਮੈਨੂੰ ਵੀ ਮਾਫੀ ਦਿਓ, ਮੇਰੇ ਤੇ ਵੀ ਕਿਰਪਾ ਕਰੋ। ਤੇ ਸਾਧ ਸੰਗਤ ਛੱਜੂ ਚੀਵਰ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ। ਉਸੇ ਭਾਈ ਛੱਜੂ ਚੀਵਰ ਜੀ ਦੇ ਅੱਗਿਓਂ ਜਾ ਕਰਕੇ ਬੰਸ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ 5 ਪਿਆਰਿਆਂ ਦੇ ਵਿੱਚੋਂ ਉਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੇ ਮਹਾਰਾਜ ਸਾਹਿਬ ਦੇ ਪਿਆਰੇ ਬਣੇ ਨੇ ਤੇ ਸ਼ਹੀਦੀਆਂ ਦਿੱਤੀਆਂ ਨਾਲ। ਤੇ ਉਧਰੋਂ ਸਾਧ ਸੰਗਤ ਜੀ ਲਾਲ ਚਰਨ ਪੰਡਤ ਸਤਿਗੁਰੂ ਜੀ ਦੀ ਸਿੱਖੀ ਧਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਪ੍ਰੇਮ ਪਿਆਰ ਕਰਦਾ ਹੈ। ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਸਮੇਂ ਤੇ ਇਹਨੇ ਅੰਮ੍ਰਿਤ ਛਕਿਆ ਹੈ। ਤੇ ਜਿਹੜੇ 40 ਸਿੱਖ ਆਪਾਂ ਕਹਿੰਦੇ ਨਾ ਸਿੰਘ ਸ਼ਹੀਦ ਹੋਏ ਚਮਕੌਰ ਦੀ ਗੜੀ ਦੇ ਵਿੱਚ, ਉੱਥੇ ਇਹ ਵੀ ਸ਼ਹੀਦੀ ਪ੍ਰਾਪਤ ਕੀਤੀ। ਸੋ ਐਸੀ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਦ੍ਰਿਸ਼ਟੀ ਹੈ। ਤੇ ਸਾਧ ਸੰਗਤ ਜੀ ਇਹ ਦ੍ਰਿਸ਼ਟੀ ਸਾਨੂੰ ਅੱਜ ਵੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਕੇ ਸਿੱਖਾਂ ਨੂੰ ਜਿਹੜਾ ਕੋਈ ਸ਼ਰਧਾ ਧਾਰਨ ਕਰਦਾ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਹਿਰਦੇ ਅੰਦਰੋਂ ਯਾਦ ਕਰਦਾ ਹੈ, ਉਹਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਬਖਸ਼ਿਸ਼ ਰਹਿਮਤ ਕਰਦੇ ਹਨ, ਅੱਜ ਵੀ ਕਰਦੇ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਸੋ ਇਸ ਗੁਰਤਾ ਗੱਦੀ ਨੇ ਦਰਸਾ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ 105 ਸਾਲ ਦੀ ਉਮਰ ਦੇ ਵਿੱਚ ਵੀ ਉਹੋ ਹੀ ਜੋਤ ਕੰਮ ਕਰਦੀ ਹੈ, ਤੇ ਇਕੱਲੇ 5 ਸਾਲ ਦੀ ਉਮਰ ਦੇ ਵਿੱਚ ਵੀ ਉਹੋ ਹੀ ਜੋਤ ਕੰਮ ਕਰਦੀ ਹੈ। ਜੋਤ 오ਹਾ ਜੁਗਤ ਸਾਏ ਸਹਕਾਇਆ ਫੇਰ ਪਲਟਿਆ। ਤੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਸਾਨੂੰ ਬੜਾ ਵੱਡਾ ਸੰਦੇਸ਼ ਦੇ ਦਿੱਤਾ ਕਿ ਮਨੁੱਖ ਜਦੋਂ ਜਵਾਨੀ ਦੇ ਵਿੱਚ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਹੈ ਭਾਈ ਪਰਮੇਸ਼ਰ ਦਾ ਨਾਮ ਜਪ ਲੈ, ਬੰਦਗੀ ਕਰ ਲੈ। ਉਹ ਕਹਿੰਦਾ ਜੀ ਹਜੇ ਤੇ ਬੜੇ ਕੰਮਕਾਰ ਕਰਨ ਦੀ ਉਮਰ ਪਈ ਹੈ, ਬਜ਼ੁਰਗ ਹੋ ਕਰਕੇ ਜਪਾਂਗੇ, ਬੁੱਢੇ ਹੋ ਕਰਕੇ ਜਪਾਂਗੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਸ ਜੀਵਨ ਵਿੱਚੋਂ ਸਾਨੂੰ ਸੇਧ ਪ੍ਰਾਪਤ ਹੁੰਦੀ ਹੈ ਕਿ ਜਦੋਂ ਬੱਚੇ ਸਾਡੇ ਛੋਟੇ ਨੇ ਨਾ 3-3 4-4 ਸਾਲ ਦੇ, ਉਹਨਾਂ ਨੂੰ ਵੀ ਅਸੀਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਤਰ੍ਹਾਂ ਬਾਣੀ ਦੇ ਵਿੱਚ ਲਾਉਣਾ ਹੈ, ਕਿਉਂਕਿ ਉਦੋਂ ਉਹਨਾਂ ਦਾ ਹਿਰਦਾ ਸ਼ੁੱਧ ਹੁੰਦਾ ਹੈ, ਬਾਣੀ ਉਹਨਾਂ ਦੇ ਹਿਰਦੇ ਅੰਦਰ ਵਸ ਜਾਏਗੀ। ਤਾਂ ਫਿਰ ਸਾਧ ਸੰਗਤ ਦੀ ਐਸੀ ਕਿਰਪਾ ਹੋ ਜਾਏਗੀ ਕਿ ਗੁਰਮਤਿ ਮਤ ਅਚਲ ਹੈ, ਚਲਾਏ ਨਾ ਸਕੈ ਕੋਈ। ਔਰ ਵੱਡੇ ਹੋ ਕਰਕੇ ਜੇ ਕੋਈ ਉਹਨਾਂ ਨੂੰ ਭਰਮਾਉਣ ਦਾ ਯਤਨ ਕਰੇਗਾ ਤਾਂ ਹਿਰਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਸਿੱਖੀ ਦੀ ਦਾਤ ਵਸ ਜਾਏਗੀ, ਨਾਮ ਵਸ ਜਾਏਗਾ, ਬਾਣੀ ਵਸ ਜਾਏਗੀ। ਉਹ ਫਿਰ ਡੋਲਣਗੇ ਨਹੀਂ, ਉਹ ਫਿਰ ਸਤਿਗੁਰੂ ਜੀ ਦੀ ਓਟ ਤੱਕ ਲੈਣਗੇ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਐਸੇ ਸਤਿਗੁਰੂ
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਗੁਰਪੁਰਬਾਂ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਕਿਣਕਾ ਮਾਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚੋਂ, ਜੀਵਨ ਵਿੱਚੋਂ ਸਾਨੂੰ ਵੀ ਪ੍ਰਾਪਤ ਹੋ ਜਾਵੇ। ਸਾਡਾ ਵੀ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ, ਐਸੀ ਕਿਰਪਾ ਹੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੋਲਦਿਆਂ ਹੋਇਆਂ ਸਾਧ ਸੰਗਤ ਜੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਕੋਈ ਅੱਗੇ ਪਿੱਛੇ ਇਤਿਹਾਸ ਦੇ ਵਿੱਚੋਂ ਚੀਜ਼ ਬੋਲੀ ਜਾਂਦੀ ਹੈ, ਕੋਈ ਡੇਟਾਂ ਇੱਧਰ ਉੱਧਰ ਹੋ ਜਾਂਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤਥਾ ਗੁਰੂ ਕੀ ਸਾਧ ਸੰਗਤ ਬਖਸ਼ਣਯੋਗ ਹੈ। ਮਾਫੀ ਬਖਸ਼ਿਸ਼ ਕਰਨੀ, ਅੱਗੇ ਤੋਂ ਸਮਤ ਪ੍ਰਦਾਨ ਕਰਨੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਸੇਵਾ ਆਪ ਲੈਂਦੇ ਰਹਿਣ, ਆਪਣੀ ਚਰਨ ਧੂੜੀ ਬਖਸ਼ਿਸ਼ ਕਰਦੇ ਰਹਿਣ, ਸੰਗਤਾਂ ਦੀ ਚਰਨ ਧੂੜੀ ਪ੍ਰਾਪਤ ਹੁੰਦੀ ਰਹੇ। ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ